ਵੱਡੀ ਖਬਰ ਇਸ ਵੇਲੇ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਫਰੀਦਕੋਟ ਤੋਂ, ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਇਸ ਵੇਲੇ ਦੀ ਵੱਡੀ ਖਬਰ। ਵਿਜੀਲੈਂਸ ਦੇ ਸ਼ਿਕੰਜੇ ਚ ਆਏ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਹੈ ਵਿਜੀਲੈਂਸ ਜਾਂਚ ਪੜਤਾਲ ਕਰ ਰਹੀ ਸੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੀ। ਪੰਕਜ ਕਬਾਹੀ ਮੇਰੇ ਸਹਿਯੋਗੀ ਸਾਡੇ ਨਾਲ जुड़े हुए ने। पंकज की डिटेल हुण तक मिल पाई है, कित्थों यह गिरफ्तारी हुई है, यह कन्फर्म हो पाया है? देखो विजय, मोहाली विजिलेंस हैडकुआटर ਦੇ ਵਿੱਚ ਅੱਜ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਬੁਲਾਇਆ ਸੀ ਪੁੱਛਗਿੱਛ ਦੇ ਲਈ। ਔਰ ਉਸ ਵੇਲੇ ਜਦੋਂ ਪੁੱਛਗਿੱਛ ਕੀਤੀ ਜਾ ਰਹੀ ਸੀਗੀ ਤਾਂ ਜਾਣਕਾਰੀ ਇਹ ਮਿਲੀ ਹੈ ਕਿ ਬਹੁਤ ਸਾਰੇ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ ਗਏ। ਪ੍ਰਾਪਰਟੀ ਕਿੱਥੋਂ ਬਣੀ, ਪੈਸਾ ਕਿੱਥੋਂ ਆਇਆ, ਕਿਸ ਤਰੀਕੇ ਦੇ ਨਾਲ ਫਾਰਮ ਹਾਊਸ ਦਾ ਜ਼ਿਕਰ ਹੋਇਆ, ਉਹ ਪੈਸੇ ਬਾਬਤ ਜਵਾਬ ਨਹੀਂ ਦਿੱਤੇ ਗਏ। ਤਾਂ ਉਸ ਵੇਲੇ ਵਿਜੀਲੈਂਸ ਦੀ ਟੀਮ ਨੇ ਇੱਥੇ ਵਿਜੀਲੈਂਸ ਹੈਡਕੁਆਟਰ ਹੀ ਗ੍ਰਿਫਤਾਰ ਕਰ ਲਿਆ। ਔਰ ਜਾਣਕਾਰੀ ਇਹ ਵੀ ਇੱਕ ਹੋਰ ਅਹਿਮ ਨਿਕਲ ਕੇ ਸਾਹਮਣੇ ਆਈ ਹੈ ਕਿ ਕਿੱਕੀ ਢਿੱਲੋਂ ਦੇ ਫਰੀਦਕੋਟ ਵਾਲੇ ਘਰ ਦੇ ਵਿੱਚ ਇਸ ਵੇਲੇ ਵਿਜੀਲੈਂਸ ਦੀ ਟੀਮ ਪਹੁੰਚੀ ਹੋਈ ਹੈ, ਸਰਚ ਕੀਤੀ ਜਾ ਰਹੀ ਹੈ ਉੱਥੇ। ਔਰ ਇਸ ਵੇਲੇ ਕਿੱਕੀ ਢਿੱਲੋਂ ਨੂੰ ਗ੍ਰਿਫਤਾਰ ਜਿਹੜਾ ਹੈ ਵਿਜੀਲੈਂਸ ਹੈਡਕੁਆਟਰ ਤੋਂ ਹੀ ਵਿਜੀਲੈਂਸ ਦੀ ਟੀਮ ਵੱਲੋਂ ਕਰ ਲਿੱਤਾ ਗਿਆ। ਯਾਨੀ ਇਸ ਵੇਲੇ ਪੰਕਜ ਕਿੱਕੀ ਢਿੱਲੋਂ ਹੈੱਡ ਆਫਿਸ 'ਚ ਨੇ ਵਿਜੀਲੈਂਸ ਦੇ, ਔਰ ਇਹ ਸਾਰੀ ਜਿਹੜੀ ਕਾਰਵਾਈ ਹੈ ਉੱਥੇ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਲਗਾਤਾਰ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਸੀ ਕਿ ਇਸ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਾਂਚ ਜਿਹੜੀ ਹੈ ਉਹ ਕਿੱਕੀ ਢਿੱਲੋਂ ਦੇ ਖਿਲਾਫ ਵਿਜੀਲੈਂਸ ਦੀ ਟੀਮ ਕਰ ਰਹੀ ਹੈ। ਕਈ ਵਾਰ ਸੰਮਨ ਵੀ ਭੇਜੇ ਗਏ, ਪੁੱਛਗਿੱਛ ਪਹਿਲਾਂ ਵੀ ਹੋਈ। ਔਰ ਇਹ ਪ੍ਰਾਪਰਟੀ ਕਿੱਥੋਂ ਬਣੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸੀਗੇ ਇੱਕ ਸਮਾਂ ਕਿੱਕੀ ਢਿੱਲੋਂ। ਔਰ ਜਦੋਂ ਸਰਕਾਰ ਬਦਲੀ, ਤਖਤਾ ਪਲਟ ਹੋਇਆ, ਉਸ ਵੇਲੇ ਚਰਨਜੀਤ ਸਿੰਘ ਚੰਨੀ ਦੇ ਵੀ ਬੇਹੱਦ ਨੇੜੇ ਆ ਗਏ ਸੀਗੇ ਕਿੱਕੀ ਢਿੱਲੋਂ। ਔਰ ਘੋੜਿਆਂ ਦੇ ਵਪਾਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਨਾਲ ਹੀ ਨਾਲ ਜਿਹੜੇ ਜਾਨਵਰ ਜਿਹੜੇ ਨੇ ਕੁੱਤੇ, ਉਹਨਾਂ ਨੂੰ ਜਿਹੜਾ ਵਾ ਹਾਈਬ੍ਰਿਡ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕਿੱਕੀ ਢਿੱਲੋਂ ਨੂੰ ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਔਰ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਸੀਗੀ ਕਿ ਜਿਹੜੇ ਘਰ ਬਣਾਇਆ ਜਾਂ ਹੋਰ ਪ੍ਰਾਪਰਟੀ ਹੈ ਉਸ ਦੇ ਲਈ ਪੈਸਾ ਕਿੱਥੋਂ ਆਇਆ, ਕਿਵੇਂ ਖਰਚ ਕੀਤਾ ਗਿਆ, ਉਸਦੇ ਸੋਰਸ ਕੀ ਸੀਗੇ। ਤਾਂ ਇਹ ਬਹੁਤ ਸਾਰੇ ਸਵਾਲ ਜਿਹੜੇ ਆ ਵਿਜੀਲੈਂਸ ਦੇ ਵੱਲੋਂ ਲਗਾਤਾਰ ਕਿੱਕੀ ਢਿੱਲੋਂ ਨੂੰ ਕੀਤੇ ਜਾ ਰਹੇ ਸੀਗੇ। ਔਰ ਅੱਜ ਮੋਹਾਲੀ ਦੇ ਵਿੱਚ ਜਦੋਂ ਵਿਜੀਲੈਂਸ ਹੈਡਕੁਆਟਰ ਬੁਲਾਇਆ ਸੀ ਕਿੱਕੀ ਢਿੱਲੋਂ ਨੂੰ, ਤਾਂ ਉੱਥੇ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਹੈ। ਔਰ ਵਿਜੀਲੈਂਸ ਦੀ ਇੱਕ ਟੀਮ ਜਿਹੜੀ ਟੈਕਨੀਕਲ ਟੀਮ ਹੁੰਦੀ ਹੈ ਉਹ ਫਰੀਦਕੋਟ ਦੇ ਵਿੱਚ ਕਿੱਕੀ ਢਿੱਲੋਂ ਦੇ ਘਰ ਪਹੁੰਚੀ ਹੈ। ਉੱਥੇ ਸਰਚ ਜਿਹੜੀ ਹੈ ਕਿੱਕੀ ਢਿੱਲੋਂ ਦੇ ਘਰ ਦੇ ਵਿੱਚ ਇਸ ਵੇਲੇ ਕੀਤੀ ਜਾ ਰਹੀ ਹੈ। ਅੱਛਾ ਪੰਕਜ, ਕੁਝ ਦਿਨ ਪਹਿਲਾਂ ਆਪਾਂ ਇਹ ਤਸਵੀਰਾਂ ਵੀ ਆਈਆਂ ਸੀ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਸਿਸਵਾ ਦੇ ਨੇੜੇ ਇੱਕ ਫਾਰਮ ਹਾਊਸ, ਇੱਕ ਬਹੁਤ ਵੱਡੀ ਹਵੇਲੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ, ਜਿਹੜੀ ਹਲੇ ਅੰਡਰ ਕੰਸਟਰਕਸ਼ਨ ਹੈ। ਉੱਥੇ ਵਿਜੀਲੈਂਸ ਦੀ ਟੈਕਨੀਕਲ ਟੀਮ ਪਹੁੰਚੀ ਸੀ ਔਰ ਪੈਮਾਇਸ਼ ਕੀਤੀ ਸੀ। ਉਸ ਵੇਲੇ ਨਿਊਜ਼ 18 ਤੇ ਆਪਾਂ ਉਹ ਤਸਵੀਰਾਂ ਵੀ ਦਿਖਾਈਆਂ ਸੀ। ਇਹ ਮੰਨਿਆ ਜਾਵੇ ਵੀ ਪਿਛਲੇ ਕਈ ਦਿਨਾਂ ਤੋਂ ਵਿਜੀਲੈਂਸ ਇਸ ਤੇ ਪੂਰਾ ਹੋਮਵਰਕ ਕਰ ਰਹੀ ਸੀ। ਇੱਕ ਪੂਰਾ ਗਰਾਊਂਡ ਜਿਹੜਾ ਹੈ ਉਹ ਜਦੋਂ ਤਿਆਰ ਕੀਤਾ ਗਿਆ, ਜਾਂ ਜਦੋਂ ਵਿਜੀਲੈਂਸ ਕੋਲੇ ਕਹਿ ਦਿੰਦੇ ਆ ਕਿ ਪੂਰੇ ਟੈਕਨੀਕਲੀ ਉਹਨਾਂ ਨੇ ਆਪਣੇ ਸਬੂਤ ਇਕੱਠੇ ਕਰਕੇ ਫਿਰ ਇਹ ਗ੍ਰਿਫਤਾਰੀ ਪਾਈ ਹੈ। ਬਿਲਕੁਲ ਵਿਜੇ, ਕਿਉਂਕਿ ਵਿਜੀਲੈਂਸ ਦੀ ਟੀਮ ਅਗਰ ਕਿਸੇ ਦੀ ਗ੍ਰਿਫਤਾਰੀ ਪਾਉਂਦੀ ਹੈ ਤਾਂ ਉਸ ਤੋਂ ਪਹਿਲਾਂ ਉਹ तमाम ਸਬੂਤ ਜਿਹੜੇ ਨੇ ਉਹ ਇਕੱਠੇ ਕੀਤੇ ਜਾਂਦੇ ਨੇ, ਖਾਸ ਤੌਰ ਤੇ ਆਮਦਨ ਤੋਂ ਵੱਧ ਮਾਮਲੇ ਵਿੱਚ ਜਦੋਂ ਜਾਂਚ ਚੱਲ ਰਹੀ ਹੋਵੇ। ਔਰ ਅਸੀਂ ਤਸਵੀਰਾਂ ਲਗਾਤਾਰ ਉਹ ਦਿਖਾਈਆਂ ਸੀਗੀਆਂ ਕਿ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਇੱਕ ਵੱਡਾ ਘਰ ਬਣਾਇਆ ਗਿਆ, ਉਸ ਬਾਬਤ ਵੀ ਕਿ ਉਹ ਪੈਸਾ ਕਿੱਥੋਂ ਆਇਆ, ਉੱਤੇ ਜਿਹੜਾ ਫਰਨੀਚਰ ਹੈ ਜਾਂ ਉੱਤੇ ਜਿਹੜੇ ਪੱਖੇ ਨੇ, ਹੋਰ ਚੀਜ਼ਾਂ ਨੇ, ਉਹ ਪੈਸਾ ਕਿੱਥੋਂ ਆਇਆ, ਕਿਵੇਂ ਖਰਚ ਹੋਇਆ, ਉਸ ਦੀ ਸਾਰੀ ਜਾਣਕਾਰੀ ਜਿਹੜੀ ਉਹ ਲਿੱਤੀ ਜਾ ਰਹੀ ਸੀਗੀ। ਔਰ ਇਸ ਦੇ ਨਾਲ ਫਰੀਦਕੋਟ ਦੇ ਵਿੱਚ ਵੀ ਜਿਹੜੀ ਪ੍ਰਾਪਰਟੀ ਹੈ ਜਾਂ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਪ੍ਰਾਪਰਟੀ ਹੈ ਉਸ ਦੀ ਵੀ ਜਾਂਚ ਜਿਹੜੀ ਹੈ ਉਹ ਵਿਜੀਲੈਂਸ ਲਗਾਤਾਰ ਕਰ ਰਹੀ ਸੀਗੀ। ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਵਿਜੀਲੈਂਸ ਦੇ ਕਈ ਸਾਰੇ ਸਵਾਲਾਂ ਦਾ ਜਵਾਬ ਕਿੱਕੀ ਢਿੱਲੋਂ ਦੇ ਕੋਲ ਨਹੀਂ ਸੀਗਾ। ਤਾਂ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਜਿਹੜੀ ਉਹ ਪਾਈ ਗਈ। ਔਰ ਨਾਲ ਇਸ ਵੇਲੇ ਫਰੀਦਕੋਟ ਦੇ ਵਿੱਚ ਇੱਕ ਟੈਕਨੀਕਲ ਟੀਮ ਜਿਹੜੀ ਹੈ ਉਹ ਕਿੱਕੀ ਢਿੱਲੋਂ ਦੇ ਘਰ ਸਰਚ ਜਿਹੜੀ ਹੈ ਉਹ ਕਰ ਰਹੀ ਹੈ। ਸੋ ਪੰਕਜ, ਹੁਣ ਅੱਗੇ ਦੀ ਟੈਕਨੀਕਲ ਜਿਹੜੀ ਪ੍ਰੋਸੈਸ ਹੈ, ਜੋ ਪ੍ਰੋਸੀਜਰ ਹੈ, ਉਹ ਹੁਣ ਅੱਗੇ ਕਿਸ ਤਰੀਕੇ ਦਾ ਰਹਿਣ ਵਾਲਾ ਹੈ? ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਜਾਂ ਅੱਜ ਨਹੀਂ ਕੱਲ ਨੂੰ ਪੇਸ਼ ਕੀਤਾ, ਕਿਉਂਕਿ 24 ਘੰਟੇ ਹੁੰਦੇ ਆ ਜਦੋਂ ਤੁਸੀਂ ਗ੍ਰਿਫਤਾਰੀ ਪਾਈ ਹੈ ਕਿਸੇ ਵਿਅਕਤੀ ਦੀ ਕੋਰਟ 'ਚ ਪੇਸ਼ ਕਰਨ ਦੇ। ਸੋ ਕੋਈ ਵਿਜੀਲੈਂਸ ਤੋਂ ਅੰਦਰੋਂ ਜਾਣਕਾਰੀ ਨਿਕਲ ਕੇ ਆ ਰਹੀ ਹੈ? ਦੇਖੋ, ਕੱਲ ਕੋਰਟ ਦੇ ਵਿੱਚ ਜਿਹੜਾ ਕਿੱਕੀ ਢਿੱਲੋਂ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਰਿਮਾਂਡ ਜਿਹੜੀ ਉਹ ਮੰਗੀ ਜਾ ਸਕਦੀ ਹੈ। ਔਰ ਨਾਲ ਹੀ ਨਾਲ ਕਾਫੀ ਅਹਿਮ ਇਸ ਕਰਕੇ ਵੀ ਹੋ ਜਾਂਦਾ ਹੈ, ਸਾਬਕਾ ਵਿਧਾਇਕ ਨੇ, ਇੱਕ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਕਿੱਕੀ ਢਿੱਲੋਂ ਦਾ ਰੁਤਬਾ ਰਿਹਾ ਵਾ। ਔਰ ਇਸ ਤਰੀਕੇ ਨਾਲ ਜਦੋਂ ਗ੍ਰਿਫਤਾਰੀ ਹੋਈ ਹੈ, ਕਿਉਂਕਿ ਕਿੱਕੀ ਢਿੱਲੋਂ ਪਹਿਲੇ ਸ਼ਖਸ ਨਹੀਂ ਹੈ ਕਾਂਗਰਸ ਦੇ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੋਵੇ। ਇਸ ਲਈ ਅਗਰ 10-12 ਮਹੀਨੇ ਦੇਖੇ ਜਾਣ
ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨੇ, ਉਹਨਾਂ ਦੀ ਗ੍ਰਿਫਤਾਰੀ ਵਿਜੀਲੈਂਸ ਦੇ ਵੱਲੋਂ ਕੀਤੀ ਗਈ। ਸ਼ੁਰੂਆਤ ਸਾਧੂ ਸਿੰਘ ਧਰਮਸੋਤ ਤੋਂ ਹੋਈ ਸੀ। ਇਸ ਤੋਂ ਇਲਾਵਾ ਕੁਝ ਹੋਰ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ, ਚਾਹੇ ਕੈਪਟਨ ਸੰਦੀਪ ਸੰਧੂ ਹੋਣ, ਚਾਹੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਣ। ਲਗਾਤਾਰ ਵਿਜੀਲੈਂਸ ਦੀ ਟੀਮ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਲਗਾਤਾਰ ਜਿਹੜਾ ਪੁੱਛਗਿੱਛ ਕੀਤੀ ਜਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਪੁੱਛਗਿੱਛ ਵਿਜੀਲੈਂਸ ਦੀ ਟੀਮ ਵੱਲੋਂ ਕੀਤੀ ਗਈ ਸੀ, ਔਰ ਕੁਝ ਦਿਨ ਪਹਿਲਾਂ ਕਿੱਕੀ ਢਿੱਲੋਂ ਤੋਂ ਵੀ ਪੁੱਛਗਿੱਛ ਜਿਹੜੀ ਹੈ ਉਹ ਵਿਜੀਲੈਂਸ ਵੱਲੋਂ ਕੀਤੀ ਗਈ ਸੀਗੀ, ਔਰ ਅੱਜ ਗ੍ਰਿਫਤਾਰ ਜਿਹੜਾ ਹੈ ਉਹ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਕਰ ਲਿੱਤਾ ਗਿਆ। ਅੱਛਾ ਪੰਕਜ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਕਈ ਸਾਰੇ ਨਾਮ ਨੇ ਜਿਨ੍ਹਾਂ ਨੂੰ ਪਿਛਲੇ ਦਿਨਾਂ 'ਚ ਸੱਦਿਆ ਗਿਆ ਹੈ, ਔਰ ਸੱਦਣ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਜਾਂ ਸੋਰਸਿਸ ਦੇ ਹਵਾਲੇ ਨਾਲ ਇਹ ਵੀ ਖਬਰਾਂ ਆਈਆਂ ਨੇ ਕਿ ਵਿਜੀਲੈਂਸ ਹਲੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋਈ। ਕਈ ਐਸੇ ਨੇਤਾ ਨੇ ਪਿਛਲੇ ਕਾਂਗਰਸ ਦੇ ਟੈਨਿਓਰ ਦੇ ਜਿਨ੍ਹਾਂ ਤੋਂ ਪੁੱਛਗਿੱਛ ਹੋਈ ਹੈ, ਪਰ ਉਹਨਾਂ ਦੇ ਖਿਲਾਫ ਹਲੇ ਕੋਈ ਐਕਸ਼ਨ ਨਹੀਂ ਹੋਇਆ। ਸੋ ਜਿਸ ਤਰੀਕੇ ਨਾਲ ਕਿੱਕੀ ਢਿੱਲੋਂ ਨੂੰ ਅੱਜ ਇਹ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਤਾਂ ਐਸੇ ਵਿੱਚ ਇਹ ਆਪਾਂ ਕਹਿ ਸਕਦੇ ਹਾਂ ਸਿੱਧਾ ਕਿ ਬਾਕੀਆਂ ਤੇ ਵੀ ਤਲਵਾਰ ਉਸੇ ਤਰੀਕੇ ਨਾਲ ਲਟਕ ਰਹੀ ਹੈ। ਹਲੇ ਵਿਜੀਲੈਂਸ ਪਹਿਲਾਂ ਆਪਦੀ ਜਾਂਚ ਕਰਦੀ ਹੈ। ਬਿਲਕੁਲ ਵਿਜੇ, ਕਿਉਂਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵੀ ਗੱਲ ਕੀਤੀ ਜਾਵੇ, ਵਿਜੀਲੈਂਸ ਨੇ ਪਰਫਾਰਮਾ ਭਰਨ ਦੇ ਲਈ ਕਿਹਾ ਹੋਇਆ ਕਿ ਪ੍ਰੋਪਰਟੀ ਬਾਰੇ ਪੂਰੀ ਡਿਟੇਲ ਜਿਹੜੀ ਹੈ ਉਹ ਦਿੱਤੀ ਜਾਵੇ ਕਿ ਕਿੱਥੋਂ ਪੈਸਾ ਕਿਵੇਂ ਆਇਆ, ਔਰ ਇਸੇ ਤਰੀਕੇ ਨਾਲ ਜਿਹੜੇ ਹੋਰ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਦੇ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ, ਤਾਂ ਗ੍ਰਿਫਤਾਰੀ ਜਿਹੜੀ ਹੈ ਕਿਉਂਕਿ ਵਿਜੀਲੈਂਸ ਦੇ ਉੱਤੇ ਓਪੋਜੀਸ਼ਨ ਇਸ ਗੱਲ ਨੂੰ ਲੈ ਕੇ ਸਵਾਲ ਚੁੱਕਦੀ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਵਿਜੀਲੈਂਸ ਦੀ ਟੀਮ ਕਰ ਰਹੀ ਹੈ, ਉਹਨਾਂ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਦੂਸਰੇ ਪਾਸੇ ਕੱਲ ਅਸੀਂ ਸੁਣਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਕਿ ਵਿਜੀਲੈਂਸ ਹੋਵੇ ਜਾਂ ਪੁਲਿਸ ਹੋਵੇ, ਉਹਨਾਂ ਤੇ ਪਹਿਲੀ ਵਾਰ ਹੈ ਕੋਈ ਦਬਾਅ ਨਹੀਂ ਹੈ। ਵਿਜੀਲੈਂਸ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ, ਔਰ ਪੰਜਾਬ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਕਾਂਗਰਸ ਦਾ ਹੋਵੇ ਜਾਂ ਅਕਾਲੀ ਬੀਜੇਪੀ ਨਾਲ, ਅਗਰ ਕਿਸੇ ਨੇ ਕੋਈ ਕਰਪਸ਼ਨ ਕੀਤੀ ਹੈ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਤਾਂ ਉਸ ਦੇ ਖਿਲਾਫ ਐਕਸ਼ਨ ਹੋਏਗਾ, ਉਸ ਦੀ ਗ੍ਰਿਫਤਾਰੀ ਜਿਹੜੀ ਹੋਏਗੀ। ਅਸੀਂ ਪੂਰੀ ਖੁੱਲ੍ਹ ਜਿਹੜੀ ਹੈ ਵਿਜੀਲੈਂਸ ਦੀ ਟੀਮ ਨੂੰ ਦਿੱਤੀ ਹੋਈ ਹੈ। ਤਾਂ ਜਿਹੇ ਵਿਜੀਲੈਂਸ ਦਾ ਇੱਕ ਵੱਡਾ ਐਕਸ਼ਨ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ। ਔਰ ਜਿਹੜਾ ਸਵਾਲ ਤੁਹਾਡਾ ਸੀਗਾ ਕਿ ਕਾਂਗਰਸ ਦੇ ਲੀਡਰ ਨੇ, ਉਹਨਾਂ ਦੇ ਉੱਤੇ ਵੀ ਇਸ ਵੇਲੇ ਤਲਵਾਰ ਜ਼ਰੂਰ ਗ੍ਰਿਫਤਾਰੀ ਦੀ ਬਣੀ ਹੋਈ ਹੈ, ਲੇਕਿਨ ਵਿਜੀਲੈਂਸ ਕੋਲ ਜਦੋਂ ਤੱਕ ਪੁਖਤਾ ਸਬੂਤ ਨਹੀਂ ਹੁੰਦੇ ਜਾਂ ਵਿਜੀਲੈਂਸ ਨੂੰ ਜਦੋਂ ਤੱਕ ਸਵਾਲਾਂ ਨੂੰ ਲੈ ਕੇ ਸੰਤੁਸ਼ਟ ਨਹੀਂ ਹੁੰਦੀ, ਉਸ ਤੋਂ ਬਾਅਦ ਹੀ ਐਕਸ਼ਨ ਜਿਹੜਾ ਹੈ ਵਿਜੀਲੈਂਸ ਵੱਲੋਂ ਲਿੱਤਾ ਜਾਂਦਾ ਹੈ। ਅੱਛਾ ਪੰਕਜ, ਆਪਾਂ ਆਮ ਤੌਰ ਤੇ ਬਹੁਤ ਵਾਰੀ ਦੇਖਿਆ, ਜੇ ਪਿਛਲੀਆਂ ਸਰਕਾਰਾਂ ਦਾ ਵੀ ਜ਼ਿਕਰ ਕਰੀਏ ਤਾਂ ਇੱਕਦਮ ਜਦੋਂ ਸਰਕਾਰ ਬਣਦੀ ਹੈ, ਕੋਈ ਵੀ ਨਵੀਂ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਤਾਂ ਇੱਕਦਮ ਜ਼ਬਰਦਸਤ ਐਕਸ਼ਨ ਹੁੰਦੇ ਹੈ। ਕਰਪਸ਼ਨ ਜੋ ਪੁਰਾਣੇ ਸਮੇਂ ਦੇ ਵਿੱਚ ਹੋਈ ਆ ਉਸ ਨੂੰ ਲੈ ਕੇ ਕਾਰਵਾਈਆਂ ਹੁੰਦੀਆਂ ਨੇ, ਔਰ ਇਸ ਤਰੀਕੇ ਦੀਆਂ ਗਤੀਵਿਧੀਆਂ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ। ਜੇ 2002 ਤੋਂ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ, ਪਹਿਲਾਂ 97 ਤੋਂ 2002 ਤੱਕ ਅਕਾਲੀ ਸੀ, ਫਿਰ 2002 ਚ ਕੈਪਟਨ ਅਮਰਿੰਦਰ ਸਿੰਘ ਆਏ ਤਾਂ ਤੜਾ ਤੜ ਕਈ ਅਕਾਲੀ ਲੀਡਰ ਜਿਹੜੇ ਸੀ ਉਹਨਾਂ ਨੂੰ ਫੜਿਆ ਗਿਆ, ਵਿਜੀਲੈਂਸ ਦੇ ਵੱਲੋਂ ਪਰਚੇ ਦਰਜ ਕੀਤੇ ਗਏ, ਪਰ ਉਹ ਕੁਝ ਸਮਾਂ ਕਾਰਵਾਈ ਚੱਲੀ, ਫਿਰ ਉਹ ਕਾਰਵਾਈ ਠੰਡੇ ਬਸਤੇ 'ਚ ਪੈ ਗਈ। ਫਿਰ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆਈ, ਉਦੋਂ ਵੀ ਵਿਜੀਲੈਂਸ ਦੀ ਕਾਰਵਾਈ ਚੱਲੀ, ਕੁਝ ਸਮਾਂ ਚੱਲੀ, ਫਿਰ ਠੰਡੇ ਬਸਤੇ 'ਚ ਪੈ ਗਈ। ਹੁਣ ਜਿਹੜਾ ਹੈ 2017 ਦੇ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਐਸੀ ਕਾਰਵਾਈ ਨਹੀਂ ਕੀਤੀ, ਪਰ ਹੁਣ 2022 'ਚ ਦੁਬਾਰਾ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤਾਂ ਹੁਣ ਇਹ ਕਾਰਵਾਈ ਜਿਹੜੀ ਹੈ ਕਰੀਬ ਅੱਜ 1 ਸਾਲ ਤੋਂ ਉੱਤੇ 13-14 ਮਹੀਨਿਆਂ ਦਾ ਕਾਰਜਕਾਲ ਸਰਕਾਰ ਦਾ ਹੋਣ ਜਾ ਰਿਹਾ ਹੈ, ਪਰ ਇਹ ਕਾਰਵਾਈ ਉਸੇ ਤਰੀਕੇ ਨਾਲ ਚੱਲਦੀ ਆ ਰਹੀ ਹੈ। ਸੀਐਮ ਭਗਵੰਤ ਮਾਨ ਲਗਾਤਾਰ ਆਪਣੀਆਂ ਸਪੀਚਾਂ 'ਚ ਜ਼ਿਕਰ ਅੱਜ ਵੀ ਉਵੇਂ ਹੀ ਕਰ ਰਹੇ ਹੈ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ, ਕਿਸੇ ਨੂੰ ਛੱਡਾਂਗੇ ਨਹੀਂ ਜਿਹਨੇ ਭ੍ਰਿਸ਼ਟਾਚਾਰ ਕੀਤਾ ਜਾਂ ਪੈਸਾ ਖਾਧਾ ਹੈ। ਸੋ ਇਹ ਮੰਨਿਆ ਜਾਵੇ ਕਿ ਇਹ ਕਾਰਵਾਈ ਜਿਹੜੀ ਹੈ ਇਹ ਐਡੀ ਛੇਤੀ ਰੁਕਣ ਵਾਲੀ ਨਜ਼ਰ ਨਹੀਂ ਆਉਂਦੀ, ਇਹ ਲੰਮਾ ਚੱਲੇਗੀ।